हाँ जी बई साथियों, सत श्री अकाल सारिਆਂ ਨੂੰ ਸਵਾਗਤ ਆ ਪੰਜਾਬੀ ਦੀ ਕਲਾਸ ਦੇ ਵਿੱਚ। ਤੇ ਪੰਜਾਬੀ ਦਾ ਵਿਆਕਰਨ ਚੱਲ ਰਿਹਾ ਆਪਣੀ ਮਾਤ ਭਾਸ਼ਾ ਦਾ ਬਹੁਤ ਹੀ ਸੋਹਣੇ ਤਰੀਕੇ ਦੇ ਨਾਲ, ਕਿਉਂਕਿ ਮੈਂ ਤੁਹਾਨੂੰ ਪੰਜਾਬੀ ਵਿਆਕਰਨ ਪੜ੍ਹਨ ਦਾ ਇੱਕ ਤਰੀਕਾ ਦੱਸਿਆ ਹੀ ਜੋ ਅੱਜ ਤੋਂ ਪਹਿਲਾਂ ਸ਼ਾਇਦ ਹੀ ਤੁਹਾਨੂੰ ਪਤਾ ਸੀ ਕਿ ਸਾਡਾ ਪੰਜਾਬੀ ਵਿਆਕਰਨ ਚਾਰ ਮੇਨ ਭਾਗਾਂ ਤੇ ਟਿਕਿਆ। ਸਾਡੀ ਧੁਨੀ ਬੋਧ, ਸਾਡੀ ਸ਼ਬਦ ਬੋਧ ਤੇ ਸਾਡਾ ਅਰਥ ਬੋਧ ਤੇ ਸਾਡਾ ਵਾਕ ਬੋਧ। ਮੈਂ ਤੁਹਾਨੂੰ ਕਿਹਾ ਸੀ ਕਿ ਪੰਜਾਬੀ ਵਿਆਕਰਨ ਨੂੰ ਸਮਝਣ ਤੋਂ ਪਹਿਲਾਂ ਜੇਕਰ ਤੁਸੀਂ ਜਿਵੇਂ ਅਸੀਂ ਅੰਗਰੇਜ਼ੀ ਦੇ ਟੈਂਸ ਸਿੱਖਦੇ ਆ ਤੇ ਜਿਹਦੇ ਤੋਂ ਅਸੀਂ ਕਹਿ ਦਿੰਨੇ ਆ ਜਿਹਨੂੰ ਟੈਂਸ ਆ ਗਏ ਉਹਨੂੰ ਅੰਗਰੇਜ਼ੀ ਆ ਗਈ, ਪਰ ਮੈਂ ਪੰਜਾਬੀ ਲਈ ਇਹ ਕਹਿੰਨੀ ਆ ਵੀ ਸਾਡੇ ਪੰਜਾਬੀ ਦੇ ਇਹ ਵਾਲੇ ਚਾਰ ਭਾਗ ਧੁਨੀ ਬੋਧ, ਸ਼ਬਦ ਬੋਧ, ਵਾਕ ਬੋਧ, ਅਰਥ ਬੋਧ, ਜਿਹਨੂੰ ਇਹ ਚਾਰ ਭਾਗ ਆ ਗਏ ਉਹਨੂੰ ਸਾਡਾ ਪੰਜਾਬੀ ਦਾ ਵਿਆਕਰਨ ਆ ਗਿਆ। ਤੇ ਇਸੇ ਹੀ ਤਰੀਕੇ ਦੇ ਨਾਲ ਮੈਂ ਪੰਜਾਬੀ ਵਿਆਕਰਨ ਕਰਵਾ ਰਹੀ ਹਾਂ। ਧੁਨੀ ਬੋਧ ਪੂਰਾ ਬਹੁਤ ਹੀ ਸੋਹਣੇ ਤਰੀਕੇ ਦੇ ਨਾਲ ਮੈਂ ਕੰਪਲੀਟ ਕਰਵਾ ਚੁੱਕੀ ਹਾਂ। ਜਿਹੜੇ ਬੱਚੇ ਇਸ ਵੀਡੀਓ ਤੇ ਪਹਿਲੀ ਵਾਰੀ ਆਏ ਆ ਇਹਦੀਆਂ ਪਲੇਲਿਸਟ ਜ਼ਰੂਰ ਚੈੱਕ ਕਰ ਲਿਓ। ਪਹਿਲਾਂ ਇੱਕ ਸੀਕੁਐਂਸ ਲੈ ਕੇ ਚੱਲੋ। ਜੇਕਰ ਸ਼ਬਦ ਬੋਧ ਤੇ ਆ ਗਏ ਹੋ ਇਹ ਵੀਡੀਓ ਨੂੰ ਲਾਈਕ ਕਰਕੇ ਇਹਨੂੰ ਸੇਵ ਕਰਕੇ ਇਹ ਤੋਂ ਪਹਿਲਾਂ ਵਾਲੀ ਵੀਡੀਓ ਤੇ ਚੱਲ ਜਾਓ, ਤਾਂ ਕਿ ਤੁਹਾਡਾ ਇੱਕ ਪੰਜਾਬੀ ਵਿਆਕਰਨ ਨੂੰ ਸਿੱਖਣ ਦਾ ਲਹਿਜਾ ਜਿਹੜਾ ਇੱਕ ਬਹੁਤ ਹੀ ਸੋਹਣੇ ਤਰੀਕੇ ਦੇ ਨਾਲ ਤਿਆਰ ਹੋ ਜੇ। ਜਦੋਂ ਅਸੀਂ ਸ਼ਬਦ ਬੋਧ ਦੀ ਗੱਲ ਕਰਦੇ ਹਾਂ, ਹੁਣ ਆ ਜਾਓ ਸ਼ਬਦ ਬੋਧ ਤੇ, ਕਿਉਂਕਿ ਅਸੀਂ ਧੁਨੀ ਬੋਧ ਕਰਨ ਤੋਂ ਬਾਅਦ ਕੀ ਕਰਨਾ? ਸ਼ਬਦ ਬੋਧ। ਸ਼ਬਦ ਬੋਧ ਕੀ ਆ? ਸ਼ਬਦਾਂ ਦਾ ਵਿਗਿਆਨਕ ਪੱਧਰ ਤੇ ਅਧਿਐਨ ਕਰਨਾ। ਧੁਨੀ ਬੋਧ ਕੀ ਹੀ? ਧੁਨੀਆਂ ਦਾ ਵਿਗਿਆਨਕ ਪੱਧਰ ਤੇ ਅਧਿਐਨ ਕਰਨਾ। ਸ਼ਬਦ ਬੋਧ ਕੀ ਆ? ਸ਼ਬਦਾਂ ਦਾ ਵਿਗਿਆਨਕ ਪੱਧਰ ਤੇ ਅਧਿਐਨ ਕਰਨਾ। that is called ਸ਼ਬਦ ਬੋਧ। ਜਿਨ੍ਹਾਂ ਨੂੰ ਕੋਈ ਕਨਫਿਊਜ਼ਨ ਆ, ਖਾਸ ਕਰਕੇ ਇੰਗਲਿਸ਼ ਮੀਡੀਅਮ ਹੁੰਦਾ ਜਿਨ੍ਹਾਂ ਦਾ, ਠੀਕ ਆ। ਰੂਪ ਦੇ ਆਧਾਰ ਤੇ ਸ਼ਬਦ, ਕਾਰਜ ਦੇ ਆਧਾਰ ਤੇ ਸ਼ਬਦ, ਪ੍ਰਯੋਗ ਦੇ ਆਧਾਰ ਤੇ ਸ਼ਬਦ। ਸਾਡੇ ਸ਼ਬਦ ਬੋਧ ਨੂੰ ਤਿੰਨ ਸ਼੍ਰੇਣੀਆਂ ਦੇ ਵਿੱਚ ਵੰਡਿਆ ਜਾਂਦਾ। ਜਿੱਦਾਂ ਹੀ ਮੈਂ ਤੁਹਾਨੂੰ ਧੁਨੀ ਬੋਧ ਕਰਵਾਇਆ ਸੀ ਉਦਾਂ ਹੀ ਤੁਹਾਨੂੰ ਮੈਂ ਸ਼ਬਦ ਬੋਧ ਕਰਵਾਉਂਗੀ, ਕਿਉਂਕਿ ਤੁਸੀਂ ਇਹਨਾਂ ਚੀਜ਼ਾਂ ਦੇ ਵਿੱਚ ਬਹੁਤ ਕਨਫਿਊਜ਼ ਹੁੰਨੇ ਆ। ਵੇਖੋ, ਜਦੋਂ ਪੁੱਛਿਆ ਜਾਵੇ ਕਿ ਪੰਜਾਬੀ ਸ਼ਬਦ ਬੋਧ ਨੂੰ ਰੂਪ ਦੇ ਆਧਾਰ ਤੇ ਕਿੰਨੇ ਭਾਗਾਂ ਦੇ ਵਿੱਚ ਵੰਡਿਆ ਜਾਂਦਾ, ਆਨਸਰ ਆਊਗਾ 2। ਕਿਹੜੇ ਕਿਹੜੇ? ਵਿਕਾਰੀ ਤੇ ਅਵਿਕਾਰੀ। ਵਿਕਾਰੀ ਜਿਹੜੇ ਵਿਕਾਰ ਪੈਦਾ ਕਰਦੇ, ਅਵਿਕਾਰੀ ਜਿਹੜੇ ਵਿਕਾਰ ਪੈਦਾ ਨਹੀਂ ਕਰਦੇ। ਟੈਨਸ਼ਨ ਨਾ ਲਓ, ਡਿਟੇਲ ਚ ਕਰਵਾਉਂਗੀ। ਪਹਿਲਾਂ ਇਹਨਾਂ ਦਾ ਤਾਣਾ ਬਾਣਾ ਸਮਝ ਲਓ, ਠੀਕ ਆ। ਕਾਰਜ ਦੇ ਆਧਾਰ ਤੇ ਆ ਜਾਓ। ਜਦੋਂ ਪੁੱਛਿਆ ਜਾਵੇ ਵੀ ਪੰਜਾਬੀ ਸ਼ਬਦ ਜਿਹੜੇ ਸ਼ਬਦ ਕਾਰਜ ਦੇ ਆਧਾਰ ਤੇ ਕਿੰਨੇ ਤਰ੍ਹਾਂ ਦੇ ਹੁੰਦੇ ਆ, ਤੇ ਕਾਰਜ ਦੇ ਆਧਾਰ ਤੇ ਵੀ ਸਾਡੇ ਆਉਣਗੇ 2 ਤਰ੍ਹਾਂ ਦੇ, ਠੀਕ ਹੈ। ਕਿਹੜੇ ਕਿਹੜੇ? ਇੱਕ ਸਾਡੇ ਸਾਰਥਕ ਸ਼ਬਦ ਤੇ ਇੱਕ ਸਾਡੇ ਨਿਰਾਰਥਕ ਸ਼ਬਦ। ਤੇ ਜਦੋਂ ਪੁੱਛਿਆ ਜਾਵੇ ਵੀ ਸਾਰਥਕ ਸ਼ਬਦਾਂ ਨੂੰ ਅੱਗੋਂ ਕਿੰਨੀਆਂ ਸ਼੍ਰੇਣੀਆਂ ਦੇ ਵਿੱਚ ਵੰਡਿਆ ਜਾਂਦਾ ਵਾ, ਵੇਖੋ ਕਾਰਜ ਦੇ ਆਧਾਰ ਤੇ ਸਾਡੇ 2 ਸ਼ਬਦ ਆਏ, ਸਾਰਥਿਕ ਆਏ, ਨਿਰਾਰਥਕ। ਸਾਰਥਕ ਜਿਨ੍ਹਾਂ ਦਾ ਕੋਈ ਅਰਥ ਹੁੰਦਾ ਜਿਵੇਂ ਰੋਟੀ, ਨਿਰਾਰਥਕ ਜਿਨ੍ਹਾਂ ਦਾ ਕੋਈ ਅਰਥ ਨਹੀਂ ਹੁੰਦਾ ਜਿਵੇਂ ਰਾਟੀ। ਰੋਟੀ, ਰਾਟੀ, ਰੋਟੀ ਸਾਰਥਕ ਹੈ, ਰਾਟੀ ਕੀ ਹੋ ਗਿਆ? ਨਿਰਾਰਥਕ ਹੋ ਗਿਆ। ਜਦੋਂ ਕਾਰਜ ਦੇ ਆਧਾਰ ਤੇ ਅਸੀਂ ਸਾਰਥਿਕ ਤੇ ਨਿਰਾਰਥਕ ਦੀ ਗੱਲ ਕਰਦੇ ਆ ਤੇ ਉਹਦੇ ਵਿੱਚ ਜਿਹੜੇ ਸਾਡੇ ਸਾਰਥਕ ਸ਼ਬਦ ਆ ਉਹ ਅੱਗੋਂ ਸ਼ਬਦ ਸ਼੍ਰੇਣੀਆਂ ਦੇ ਵਿੱਚ ਵੰਡੇ ਜਾਂਦੇ ਆ। ਕਿਹੜੀਆਂ ਸ਼ਬਦ ਸ਼੍ਰੇਣੀਆਂ ਦੇ ਵਿੱਚ? ਸਾਰਥਕ ਸ਼ਬਦ ਅੱਗੇ ਸਾਡੇ ਕੋਲ ਆ ਜਾਂਦੇ ਆ ਤਤਸਮ ਸ਼ਬਦ ਤੇ ਤਦਭਵ ਸ਼ਬਦ। ਇਹ ਸਾਰੇ ਮੈਂ ਤੁਹਾਨੂੰ ਡਿਟੇਲ ਚ ਕਰਵਾਉਂਗੀ, ਟੈਨਸ਼ਨ ਲੈਣੀ ਨਹੀਂ। ਤਾਣਾ ਬਾਣਾ ਇੱਕ ਵਾਰੀ ਇਹਨਾਂ ਦਾ ਸਮਝ ਕੇ ਚੱਲੋ। ਜਦੋਂ ਆ ਜਾਗੇ ਪ੍ਰਯੋਗ ਦੇ ਆਧਾਰ ਤੇ, ਕੀ ਪ੍ਰਯੋਗ ਦੇ ਆਧਾਰ ਤੇ ਸ਼ਬਦਾਂ ਦੀਆਂ ਕਿੰਨੀਆਂ ਕਿਸਮਾਂ ਵਾ, ਤੇ ਗਲਤੀ ਨਾਲ 2 ਨਾ ਲਾਇਓ, ਕਿਉਂਕਿ ਪ੍ਰਯੋਗ ਦੇ ਆਧਾਰ ਤੇ ਸਾਡੇ ਕੋਲ ਸ਼ਬਦਾਂ ਦੀਆਂ ਕਿੰਨੀਆਂ ਕਿਸਮਾਂ ਵਾ? 8। ਨਾਂਵ, ਪੜਨਾਂਵ, ਵਿਸ਼ੇਸ਼ਣ, ਕਿਰਿਆ, ਕਿਰਿਆ ਵਿਸ਼ੇਸ਼ਣ, ਸੰਬੰਧਕ, ਯੋਜਕ, ਵਿਸਮਿਕ। ਕਿੰਨੇ ਹੋ ਗਏ? 8। ਟੈਲੀਗ੍ਰਾਮ ਤੇ ਪਤਾ ਨਹੀਂ ਕਿਹੜੇ ਬੱਚੇ ਨੂੰ ਕਨਫਿਊਜ਼ਨ ਸੀ, 7 ਕਹਿ ਰਹੇ ਸੀ, 8 ਸੀ, ਠੀਕ ਹੈ। 8 ਸੀ। ਨਾਂਵ, ਪੜਨਾਂਵ, ਵਿਸ਼ੇਸ਼ਣ, ਕਿਰਿਆ ਵਿਸ਼ੇਸ਼ਣ, ਸੰਬੰਧਕ, ਯੋਜਕ ਤੇ ਵਿਸਮਿਕ। ਪ੍ਰਯੋਗ ਦੇ ਆਧਾਰ ਤੇ ਸਾਡੇ ਸ਼ਬਦਾਂ ਦੀਆਂ ਕਿੰਨੀਆਂ ਕਿਸਮਾਂ? 8। ਆਹ ਵਾਲੀ ਚੀਜ਼ ਨੂੰ ਜ਼ਰੂਰ ਸਮਝਿਓ। ਜਿਹੜੀ ਸਾਡੀ ਕਾਰਜ ਦੇ ਆਧਾਰ ਤੇ ਸ਼ਬਦ ਆਉਂਦੇ ਸਾਰਥਕ ਤੇ ਨਿਰਾਰਥਕ, ਸਾਰਥਕ ਸ਼ਬਦ ਅੱਗੋਂ 2 ਭਾਗਾਂ ਦੇ ਵਿੱਚ ਵੰਡੇ ਜਾਂਦੇ ਆ, ਤਦਸਮ ਤੇ ਤਤਸਮ ਸ਼ਬਦਾਂ ਦੇ ਵਿੱਚ। ਹੁਣ ਆਪਾਂ ਜਾਣਦੇ ਆ ਸ਼ਬਦ ਬੋਧ ਦੀ ਸਾਡੀ ਪਹਿਲੀ ਕੈਟਾਗਰੀ, ਰੂਪ ਦੇ ਆਧਾਰ ਤੇ ਸ਼ਬਦ ਵਿਕਾਰੀ ਤੇ ਅਵਿਕਾਰੀ, ਠੀਕ ਹੈ। ਰੂਪ ਦੇ ਆਧਾਰ ਤੇ ਜਿਹੜੇ ਸਾਡੇ ਸ਼ਬਦ ਆ, ਰੂਪ ਦੇ ਆਧਾਰ ਤੇ ਸਾਡੇ ਸ਼ਬਦ ਕਿਹੜੇ ਆ? 2, ਵਿਕਾਰੀ ਤੇ ਅਵਿਕਾਰੀ।
ਇੱਕ ਚੀਜ਼ ਮੈਂ ਕਹਿੰਨੀ ਆ, ਜਿਹੜੇ ਬੱਚੇ ਮੇਰੇ ਚੈਨਲ ਤੋਂ ਪੰਜਾਬੀ ਵਿਆਕਰਨ ਪੜ੍ਹ ਰਹੇ ਆ, ਐ ਉਂਗਲਾਂ ਤੇ ਰਟਾ ਦੂੰ ਤੁਹਾਨੂੰ ਮੈਂ ਪੰਜਾਬੀ ਵਿਆਕਰਨ। ਤੁਹਾਨੂੰ ਆਪਣੇ ਆਪ ਦੇ ਵਿੱਚੋਂ ਇੱਕ ਕੌਨਫੀਡੈਂਸ ਆਊਗਾ ਕਿ ਮੈਂ ਪੰਜਾਬੀ ਦਾ ਪਰਫੈਕਟ ਟੀਚਰ ਆ। ਪ੍ਰੋਫੈਸ਼ਨਲੀ ਤੁਸੀਂ ਬਣੋ ਚਾਹੇ ਨਾ ਬਣੋ, ਤੁਹਾਡਾ ਇੰਨਾ ਕੁ ਜ਼ਿਆਦਾ ਇੰਟਰਸਟ ਮੈਂ ਪੰਜਾਬੀ 'ਚ ਪੜ੍ਹਾ ਦੂੰਗੀ। ਜਿਹੜੇ ਖਾਸ ਕਰਕੇ ਪੰਜਾਬੀ ਨੂੰ ਹੀ ਜਿਹੜੇ ਨਕਾਰੀ ਜਾਂਦੇ ਆ, ਪੰਜਾਬੀ ਨੂੰ ਹੀ ਕਹਿ ਦਿੰਦੇ ਆ ਵੀ ਮੇਰਾ ਤਾਂ ਇੰਗਲਿਸ਼ ਦੇ ਵਿੱਚ ਇੰਟਰਸਟ ਬਣਦਾ, ਮੇਰਾ ਤੇ ਪੰਜਾਬੀ 'ਚ ਇੰਟਰਸਟ ਨਹੀਂ ਬਣਦਾ, ਮੈਨੂੰ ਤੇ ਪੰਜਾਬੀ ਸਮਝ ਨਹੀਂ ਆਉਂਦੀ। ਇੰਟਰਸਟ ਬਣਾ ਦੂੰ ਤੁਹਾਡਾ ਮੈਂ ਪੰਜਾਬੀ ਦੇ ਵਿੱਚ। ਕਿਹੜਾ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦੇਣਾ। ਵੇਖੋ, ਜਦੋਂ ਅਸੀਂ ਰੂਪ ਦੇ ਆਧਾਰ ਤੇ ਸ਼ਬਦਾਂ ਦੀਆਂ ਕਿਸਮਾਂ ਦੀ ਗੱਲ ਕਰਦੇ ਹਾਂ ਤਾਂ ਸਾਡੇ ਦੋ ਸ਼ਬਦ ਆ, ਵਿਕਾਰੀ ਤੇ ਅਵਿਕਾਰੀ। ਵਿਕਾਰੀ ਤੇ ਆ ਜਾਓ। ਵੇਖੋ, ਲਿੰਗ ਵਚਨ ਕਾਲ, ਲਿੰਗ ਕਰਕੇ, ਵਚਨ ਕਰਕੇ, ਕਾਲ ਕਰਕੇ ਜਦੋਂ ਸ਼ਬਦਾਂ ਦੇ ਵਿੱਚ ਪਰਿਵਰਤਨ ਆ ਜਾਂਦਾ ਵਾ, ਉਹ ਹੁੰਦੇ ਨੇ ਸਾਡੇ ਵਿਕਾਰੀ ਸ਼ਬਦ। ਕਿਵੇਂ? ਹੁਣ ਵੇਖੋ, ਲਿੰਗ ਬਦਲਣਾ ਵਾ, ਮੁੰਡੇ ਤੋਂ ਕੁੜੀ ਬਣ ਗਈ, ਹਨਾ, ਲਿੰਗ ਬਦਲਣਾ, ਪੁਲਿੰਗ ਬਣ ਗਿਆ। ਵਚਨ ਦੇ ਵਿੱਚ ਮੁੰਡੇ ਤੋਂ ਕੁੜੀਆਂ ਬਣ ਗਈਆਂ, ਹਨਾ। ਕਾਲ ਤੋਂ, ਠੀਕ ਆ, ਕਾਲ ਤੋਂ ਅੱਜ ਤੋਂ ਕੱਲ ਬਣ ਗਿਆ। ਵਿਕਾਰ ਪੈਦਾ ਹੋ ਗਿਆ, ਯਾਨੀ ਕਿ ਸ਼ਬਦ ਸੇਮ ਨਹੀਂ ਹੋਏ, ਸ਼ਬਦਾਂ ਦੇ ਵਿੱਚ ਪਰਿਵਰਤਨ ਆ ਗਿਆ। ਮੁੰਡਾ ਤੋਂ ਕੁੜੀ, ਮੁੰਡਿਆਂ ਤੋਂ ਕੁੜੀਆਂ ਬਣ ਗਈਆਂ, ਅੱਜ ਤੋਂ ਕੱਲ ਬਣ ਗਿਆ। ਤੇ ਇੱਥੇ ਕੀ ਹੋ ਗਏ? ਇਹਨਾਂ ਸ਼ਬਦਾਂ ਦੇ ਵਿੱਚ ਵਿਕਾਰ ਆ ਗਿਆ, ਸ਼ਬਦਾਂ ਦੇ ਵਿੱਚ ਪਰਿਵਰਤਨ ਆ ਗਿਆ। ਇਹ ਹੁੰਦੇ ਆ ਸਾਡੇ ਵਿਕਾਰੀ ਸ਼ਬਦ। ਹੁਣ ਤੁਸੀਂ ਆ ਜਾਓ ਅਵਿਕਾਰੀ ਸ਼ਬਦ, ਮਤਲਬ ਲਿੰਕ ਕਰਕੇ, ਵਚਨ ਕਰਕੇ, ਕਾਲ ਕਰਕੇ, ਜਿਨ੍ਹਾਂ ਦੇ ਵਿੱਚ ਕੋਈ ਤਬਦੀਲੀ ਨਹੀਂ ਆਉਂਦੀ। ਲੈਣੇ ਆ ਤਿੰਨੋਂ ਹੀ ਆ, ਲਿੰਗ ਵਚਨ ਕਾਲ। ਇੱਥੇ ਵੀ ਲਿੰਗ ਵਚਨ ਕਾਲ, ਪਰ ਜਦੋਂ ਲਿੰਗ ਵਚਨ ਕਾਲ ਕਰਕੇ ਤਬਦੀਲੀ ਆ ਗਈ, ਉਹ ਸਾਡੇ ਵਿਕਾਰੀ ਸ਼ਬਦ ਹੋਣਗੇ। ਜਿੱਥੇ ਲਿੰਗ ਵਚਨ ਕਾਲ ਕਰਕੇ ਤਬਦੀਲੀ ਨਹੀਂ ਆਈ, ਸ਼ਬਦ ਚੇਂਜ ਨਹੀਂ ਹੋਏ, ਉਹ ਸਾਡੇ ਹੋਣਗੇ ਅਵਿਕਾਰੀ ਸ਼ਬਦ। ਹੁਣ ਅਵਿਕਾਰੀ ਸ਼ਬਦ ਕਿਹੜੇ ਨੇ? ਨੇ, ਨੂੰ, ਅਤੇ, ਤੇ, ਪਰ। ਆਪਾਂ ਐ ਕੋਈ ਏਦਾਂ ਥੋੜੀ ਬਣਾ ਦਾਂਗੇ ਆਪਾਂ, ਅਤਿਆਂ, ਨੂਆਂ, ਨੇਆਂ, ਤੇਆਂ, ਪਰਾਂ, ਏਦਾਂ ਥੋੜੀ ਬਣਾ ਦਾਂਗੇ ਆਪਾਂ। ਮਤਲਬ ਇਹ ਵੀ ਇਹਨਾਂ ਦੇ ਵਿੱਚ ਕੋਈ ਵੀ ਵਿਕਾਰ ਪੈਦਾ ਨਹੀਂ ਹੋ ਰਿਹਾ, ਇਹ ਸਾਡੇ ਅਵਿਕਾਰੀ ਸ਼ਬਦਾਂ ਦੀ ਸ਼੍ਰੇਣੀ ਦੇ ਵਿੱਚ ਆਉਂਦੇ ਆ। ਉਮੀਦ ਆ ਇੱਥੋਂ ਤੱਕ ਤੁਹਾਨੂੰ ਬਹੁਤ ਸੋਹਣੇ ਤਰੀਕੇ ਦੇ ਨਾਲ ਕਲੈਰੀਫਿਕੇਸ਼ਨ ਹੋ ਗਈ ਹੋਊਗੀ। ਵੇਖੋ ਵੀ ਪੰਜਾਬੀ ਪੜ੍ਹਦੇ ਪੰਜਾਬੀ ਦਾ ਫਲੋ ਏਡਾ ਕੁ ਹੋਣਾ ਚਾਹੀਦਾ ਵੀ ਤੁਹਾਨੂੰ ਅੰਗਰੇਜ਼ੀ ਭੁੱਲ ਜੇ। ਆ ਕਲੈਰੀਫਿਕੇਸ਼ਨ ਹੀ ਭੁੱਲ ਗਈ ਸੀ ਮੈਂ ਕਹਿਣਾ, ਹਨਾ। ਉਸ ਤੋਂ ਬਾਅਦ ਆਜੋ ਅੱਗੇ ਸਾਡੇ ਆ ਜਾਂਦੇ ਆ ਕਾਰਜ ਦੇ ਆਧਾਰ ਤੇ ਸ਼ਬਦ। ਕਾਰਜ ਦੇ ਆਧਾਰ ਤੇ ਵੀ ਸਾਡੇ ਸ਼ਬਦਾਂ ਦੀਆਂ ਕਿਸਮਾਂ ਹੈਗੀਆਂ ਆ, ਦੋ ਕਿਸਮਾਂ। ਕਿਹੜੀਆਂ? ਸਾਰਥਕ ਤੇ ਨਿਰਾਰਥਕ। ਸਾਰਥਕ ਸ਼ਬਦ ਇਹ ਤੁਹਾਨੂੰ ਸਾਰਿਆਂ ਨੂੰ ਆਉਂਦਾ, ਮੈਨੂੰ ਪਤਾ। ਜਿਨ੍ਹਾਂ ਦਾ ਕੋਈ ਅਰਥ ਹੋਵੇ ਉਹ ਹੁੰਦੇ ਸਾਡੇ ਸਾਰਥਕ, ਜਿਨ੍ਹਾਂ ਦਾ ਕੋਈ ਅਰਥ ਨਾ ਹੋਵੇ ਉਹ ਹੁੰਦੇ ਆ ਸਾਡੇ ਨਿਰਾਰਥਕ। ਜਿਵੇਂ ਰੋਟੀ, ਪਾਣੀ, ਧੀ, ਕੁਰਸੀ, ਇਹ ਸਾਡੇ ਸਾਰਥਕ ਸ਼ਬਦ ਨੇ ਕਿਉਂਕਿ ਇਹਨਾਂ ਦਾ ਅਰਥ ਹੈਗਾ। ਪਰ ਨਿਰਾਰਥਕ ਕਿਹੜੇ ਹੋਣਗੇ? ਰਾਟੀ, ਆਪਾਂ ਕਹਿ ਦਿੰਦੇ ਨਾ ਰੋਟੀ, ਰਾਟੀ, ਪਾਣੀ, ਢਾਣੀ ਸ਼ਬਦ ਨਿਰਾਰਥਕ ਆ। ਇੱਕ ਧੀ ਧੂ ਤਾਂ ਹੋਣੀ ਚਾਹੀਦੀ ਆ ਨਾ, ਏਦਾਂ ਵੀ ਕਈ ਬੋਲ ਦਿੰਦੇ। ਧੀ ਧੂ ਜਿਹੜਾ ਵਾ ਨਿਰਾਰਥਕ ਸ਼ਬਦ ਆ। ਕੁਰਸੀ ਕਰਸੀ ਲਿਆਓ ਭਾਈ ਬਈਏ, ਹਨਾ। ਤੇ ਕਰਸੀ ਸ਼ਬਦ ਜਿਹੜਾ ਵਾ ਇਹ ਕੀ ਆ? ਨਿਰਾਰਥਕ ਆ। ਖਾਸ ਕਰਕੇ ਸਾਡੇ ਆਪਾਂ ਪੰਜਾਬੀ ਲੋਕ, ਆਪਾਂ ਜਿਹੜੇ ਹੈਗੇ ਆ ਨਾ, ਆਪਾਂ ਪੰਜਾਬੀ, ਆਪਾਂ ਨਿਰਾਰਥਕ ਸ਼ਬਦ ਬਹੁਤ ਬੋਲਦੇ ਆ ਤੇ ਆਪਣੇ ਨਿਰਾਰਥਕ ਸ਼ਬਦਾਂ ਦੇ ਬਹੁਤ ਉਲਟੇ ਮਤਲਬ ਵੀ ਕੱਢ ਲਏ ਜਾਂਦੇ, ਇਹ ਤੁਹਾਨੂੰ ਸਾਰਿਆਂ ਨੂੰ ਪਤਾ। ਹੁਣ ਬਹੁਤ ਸਾਰੇ ਸ਼ਬਦ ਜ਼ਰੂਰੀ ਨਹੀਂ ਇਹੋ ਹੀ ਬਹੁਤ ਬਣਾ ਸਕਦੇ ਆ। ਜਿਵੇਂ ਕੰਮ, ਕੰਮ ਕੀ ਆ? ਸਾਰਥਕ ਸ਼ਬਦ ਆ। ਆਪਾਂ ਕਹਿ ਦਿੰਦੇ ਕੋਈ ਕੰਮ ਕੁੰਮ ਕਰ ਲਈਏ, ਕਈ ਕੰਮ ਧੰਦਾ ਵੀ ਕਹਿ ਦਿੰਦੇ, ਕੋਈ ਕੰਮ ਧੰਦਾ ਕਰ ਲਈਏ, ਤੇ ਕਈ ਕਹਿ ਦਿੰਦੇ ਕੋਈ ਕੰਮ ਕੁੰਮ ਕਰ ਲਈਏ, ਤੇ ਜਿਹੜਾ ਕੁੰਮ ਸ਼ਬਦ ਆ ਉਹ ਹੋ ਜਾਊਗਾ ਸਾਡਾ ਨਿਰਾਰਥਕ, ਹਨਾ। ਤੇ ਹੋਰ ਬੜੇ ਸ਼ਬਦ ਆ, ਜਿੰਨੇ ਮਰਜ਼ੀ ਬਣਾ ਲਓ, ਹਨਾ। ਮੇਰੇ ਹੁਣ ਦਿਮਾਗ ਦੇ ਵਿੱਚ ਆ ਨਹੀਂ ਰਹੇ ਕਿੰਨੇ ਤੇ ਮੈਂ ਬਣਾਤੇ। ਅੱਛਾ, ਹੋਰ ਕਿਹੜੇ ਹੋ ਸਕਦੇ ਆ ਸ਼ਬਦ? ਹਾਂ, ਆਪਾਂ ਕਹਿ ਦਿੰਨੇ ਆ ਵੀ ਕੋਈ ਸਬਜੀ ਸੁਬਜੀ ਬਣਾ ਲਓ, ਹਨਾ। ਸਬਜੀ, ਇਹ ਤਾਂ ਸਾਡਾ ਸਾਰਥਕ ਹੋ ਗਿਆ। ਤੇ ਸੁਬਜੀ, ਇਹ ਸਾਡਾ ਕੀ ਹੋ ਜਾਊਗਾ? ਸਬਜੀ, ਸੁਬਜੀ, ਇਹ ਕੀ ਹੋ ਜਾਊਗਾ? ਸਾਡਾ ਨਿਰਾਰਥਕ ਸ਼ਬਦ। ਜਿੰਨੇ ਮਰਜ਼ੀ ਬਣਾ ਲਓ, ਕਿਉਂਕਿ ਆਪਾਂ ਤੇ ਨਿਰਾਰਥਕ ਸ਼ਬਦ ਬੋਲ ਬੋਲ ਕੇ ਗਾਹ ਪਾਇਆ ਹੋਇਆ ਪੰਜਾਬੀਆਂ ਨੇ, ਹਨਾ। ਤੇ ਇਸ ਤੋਂ ਬਾਅਦ ਸਾਡੀ ਅਗਲੀ ਵੰਡ ਆ ਜਾਂਦੀ ਆ। ਅਗਲੀ ਵੰਡ ਕਿਹੜੀ? ਵੀ ਜਿਹੜੇ ਸਾਡੇ ਆ ਸਾਰਥਕ ਸ਼ਬਦ ਆ, ਇਹ ਅੱਗੋਂ ਵੰਡੇ ਜਾਂਦੇ ਆ ਅਗਲੀ ਕੈਟਾਗਰੀ ਦੇ ਵਿੱਚ, ਕਿਉਂਕਿ ਸਾਰਥਕ ਸ਼ਬਦ ਅੱਗੋਂ ਜਿਹੜੀ ਕੈਟਾਗਰੀ ਦੇ ਵਿੱਚ ਵੰਡੇ ਜਾਂਦੇ ਆ ਉਹ ਸਾਡੇ ਹੈਗੇ ਆ ਤਤਸਮ ਤੇ ਸਾਡੇ ਤਦਭਵ ਸ਼ਬਦ।
ਇਹਨਾਂ ਤੇ ਜਾਣੇ ਆਪਾਂ ਤਤਸਮ ਤੇ ਤਦਭਵ ਸ਼ਬਦਾਂ ਤੇ। ਆ ਜਿਹੜਾ ਕਨਸੈਪਟ ਦੇ ਬਹੁਤ ਜ਼ਿਆਦਾ ਇੰਪੋਰਟੈਂਟ ਆ, ਕਿਉਂਕਿ ਇਹ ਬਹੁਤ ਵਾਰੀ ਪੁੱਛਿਆ ਗਿਆ ਤਤਸਮ ਤੇ ਤਦਭਵ ਸ਼ਬਦਾਂ ਵਾਲਾ। ਜਿਹੜੇ ਸਾਡੇ ਕਾਰਜ ਦੇ ਆਧਾਰ ਤੇ ਸ਼ਬਦ ਆਉਂਦੇ ਦੋ ਤਰ੍ਹਾਂ ਦੇ, ਸਾਰਥਕ ਤੇ ਨਿਰਾਰਥਕ। ਸਾਡੇ ਸਾਰਥਕ ਸ਼ਬਦ ਅੱਗੋਂ ਦੋ ਭਾਗਾਂ ਦੇ ਵਿੱਚ ਵੰਡੇ ਜਾਂਦੇ ਆ, ਤਤਸਮ ਤੇ ਤਦਭਵ ਸ਼ਬਦਾਂ ਦੇ ਵਿੱਚ। ਤਤਸਮ ਸ਼ਬਦ ਉਹ ਹੁੰਦੇ ਆ ਮਤਲਬ ਜਿਨ੍ਹਾਂ ਦਾ ਕੋਈ ਰੂਪ ਨਹੀਂ ਬਦਲਦਾ, ਜਿਵੇਂ ਹੀ ਉਹ ਕਿਸੇ ਹੋਰ ਭਾਸ਼ਾ ਦੇ ਵਿੱਚ ਵਰਤੇ ਜਾਂਦੇ ਸੀ ਉਵੇਂ ਹੀ ਆਪਾਂ ਉਹਨਾਂ ਨੂੰ ਆਪਣੀ ਭਾਸ਼ਾ ਦੇ ਵਿੱਚ ਵਰਤ ਲਿਆ। ਕਿਹੜੇ ਕਿਹੜੇ ਸ਼ਬਦ ਹੋ ਗਏ? ਡੱਚ, ਬੰਬ, ਖੰਜਰ, ਤੁਰਕੀ, ਸਕੂਲ ਅੰਗਰੇਜ਼ੀ ਭਾਸ਼ਾ ਦਾ ਸ਼ਬਦ ਆਪਾਂ ਉਦਾਂ ਹੀ ਵਰਤ ਲਿਆ। ਬੱਸ ਵੀ ਅੰਗਰੇਜ਼ੀ ਭਾਸ਼ਾ ਦਾ ਸ਼ਬਦ ਆ, ਅੰਗਰੇਜ਼ੀ ਤਾਂ ਹੈ ਹੀ ਹੈ। ਏਦਾਂ ਤਤਸਮ ਸ਼ਬਦ ਬਹੁਤ ਜ਼ਿਆਦੇ ਆ। ਮੈਂ ਲਿਸਟ ਹੀ ਤੁਹਾਨੂੰ ਜਾਂ ਤਾਂ ਮੈਂ ਇਕੱਠੇ ਤਤਸਮ ਸ਼ਬਦ ਕਿੰਨੇ ਸਾਰੇ ਕਰਵਾ ਦੂੰਗੀ। ਉਹ ਕੀ ਹੈ, ਤੁਸੀਂ ਬਸ ਅੱਖਾਂ ਥਾਣੀ ਕੱਢਣੇ ਆ। ਮੈਂ ਉਹਦੀ ਲਿਸਟ ਤੁਹਾਨੂੰ ਭੇਜ ਦੂੰ ਟੈਲੀਗ੍ਰਾਮ ਤੇ ਤੁਸੀਂ ਉਹ ਇੱਕ ਵਾਰੀ ਪੜ੍ਹ ਲੈਣੀ। ਠੀਕ ਆ, ਹੁਣ ਇੱਥੇ ਮੈਂ ਸਾਰੇ ਤਤਸਮ ਸ਼ਬਦ ਕਰਾਈ ਜਾਵਾਂ ਫਿਰ ਤੇ ਨਿਬੜ ਗਈ ਗੱਲ, ਹਨਾ। ਸਮਝ ਲੱਗ ਗਈ ਵੀ ਜਿਨ੍ਹਾਂ ਦਾ ਕੋਈ ਰੂਪ ਨਹੀਂ ਬਦਲਦਾ, ਜਿਹੜੇ ਜਿਉਂ ਦਾ ਤਿਉਂ ਹੀ ਕਿਸੇ ਹੋਰ ਭਾਸ਼ਾ ਤੋਂ ਸਾਡੇ ਵੱਲ ਆ ਜਾਂਦੇ ਆ, ਉਹ ਹੁੰਦੇ ਤਤਸਮ ਸ਼ਬਦ। ਤੇ ਤਦਭਵ ਕਿਹੜੇ ਹੁੰਦੇ ਆ? ਅਜਿਹੇ ਸ਼ਬਦ ਜੋ ਕਿਸੇ ਹੋਰ ਭਾਸ਼ਾ ਤੋਂ ਲੈ ਕੇ ਉਹਨਾਂ ਵਿੱਚ ਤਬਦੀਲੀ ਕਰ ਲਈ ਜਾਵੇ। ਇਹ ਤਤਸਮ ਕਿਹੜੇ ਸੀ? ਜਿਨ੍ਹਾਂ ਵਿੱਚ ਕੋਈ ਤਬਦੀਲੀ ਨਹੀਂ ਕੀਤੀ, ਉਵੇਂ ਦੀ ਉਵੇਂ ਅਸੀਂ ਚੱਕ ਲਏ। ਤਦਭਵ ਕਿਹੜੇ? ਜਿਹੜੇ ਕਿਸੇ ਅਸੀਂ ਹੋਰ ਭਾਸ਼ਾ ਤੋਂ ਥੋੜੀ ਜਿਹੀ ਤਬਦੀਲੀ ਕਰਕੇ ਲੈ ਲਏ। ਹੁਣ ਜਿਹੜਾ ਅੰਗਰੇਜ਼ੀ ਭਾਸ਼ਾ ਦਾ ਸ਼ਬਦ ਆ ਹਸਪੀਟਲ, ਅਸੀਂ ਕੀ ਬਣਾਤਾ? ਹਸਪਤਾਲ। ਚੱਲ ਵੇ ਮੁੰਡਿਆ, ਹਸਪਤਾਲ ਲਿਖ ਕੇ ਚੱਲ। ਆਪਾਂ ਹੁਣ ਆਪਣੇ ਵਾਲੀਆਂ ਕਿੱਥੇ ਆਂਦੀਆਂ ਵੀ ਹਸਪੀਟਲ, ਇਹਨਾਂ ਦੇ ਤੇ ਸਪੈਲਿੰਗ ਮੂੰਹ ਚੜ ਜਾਂਦਾ, ਹਨਾ। ਤੇ ਅੰਗਰੇਜ਼ੀ ਭਾਸ਼ਾ ਦਾ ਸ਼ਬਦ ਸਾਈਕਲ, ਇਹਨੂੰ ਵੀ ਆਪਾਂ ਥੋੜਾ ਚੇਂਜ ਕਰਕੇ ਲਿਆ। ਆਪਾਂ ਕਹਿ ਦਿੰਦੇ ਸਾਈਕਲ, ਚੜ ਮੇਰੇ ਸਾਈਕਲ ਤੇ, ਹਨਾ। ਇਹ ਟੱਲੀਆਂ ਵਜਾਉਂਦਾ ਜਾਊਂ, ਉਹ ਆਪਾਂ ਸਾਈਕਲ ਬਣਾ ਲਿਆ, ਪਰ ਅੰਗਰੇਜ਼ੀ ਭਾਸ਼ਾ ਦਾ ਸ਼ਬਦ ਕੀ ਹੈ? ਸਾਈਕਲ। ਸੋ ਇਹ ਬਹੁਤ ਵੱਡੀਆਂ ਐਗਜ਼ਾਮਪਲਾਂ ਤਦਭਵ ਸ਼ਬਦਾਂ ਦੀਆਂ। ਆਪਾਂ ਕਹਿ ਦਿੰਦੇ ਹਾਂ ਟਾਈਮ, ਵੇ ਮੁੰਡਿਆ ਟਾਈਮ। ਹੁਣ ਜਿੱਦਾਂ ਆਪਣੀਆਂ ਐ ਥੋੜੀ ਕਹਿੰਦੀਆਂ ਵੇ ਮੁੰਡਿਆ ਕਿੰਨਾ ਟਾਈਮ ਹੋਇਆ, ਆਪਣੇ ਵਾਲੀਆਂ ਕਹਿੰਦੀਆਂ ਵੇ ਮੁੰਡਿਆ ਕਿੰਨਾ ਟਾਈਮ ਹੋਇਆ, ਹਨਾ। ਆਪਣੀਆਂ ਪੰਜਾਬਣਾਂ ਟਾਈਮ ਕਹਿਣਗੇ, ਟਾਈਮ ਵੀ ਟਾਈਮ ਕਿੰਨਾ ਹੋਇਆ। ਤੇ ਇਹ ਟਾਈਮ ਸ਼ਬਦ ਕੀ ਆ? ਤਦਭਵ ਸ਼ਬਦ ਆ। ਵੀ ਆਪਾਂ ਚੇਂਜ ਕਰਕੇ ਉਹਦਾ ਵਿਚਾਰੇ ਦਾ ਰੂਪ ਹੀ ਬਦਲਤਾ। ਇਹ ਆ ਸਾਡੇ ਤਦਭਵ ਸ਼ਬਦ। ਬੜੇ ਸ਼ਬਦ ਆ ਹੋਰ, ਮਤਲਬ ਮੇਰੇ ਤਾਂ ਹੁਣ ਦਿਮਾਗ 'ਚ ਨਹੀਂ ਆ ਰਹੇ। ਨਾਲੇ ਤਾਂ ਕਮੈਂਟ ਕਰ ਦਿਓ, ਹਨਾ, ਸੋਹਣੇ ਸੋਹਣੇ। ਤੇ ਨਾਲੇ ਕਮੈਂਟ ਕਰਕੇ ਹੋਰ ਤਦਭਵ ਸ਼ਬਦ ਦੱਸਿਓ ਮੈਨੂੰ, ਜਿਹੜੇ ਅਸੀਂ ਏਦਾਂ ਲਏ ਆ ਕਿਸੇ ਹੋਰ ਭਾਸ਼ਾ ਤੋਂ ਤੇ ਜਿਉਂ ਦਾ ਤਿਉਂ ਨਹੀਂ ਵਰਤੇ, ਅਸੀਂ ਥੋੜਾ ਜਿਹਾ ਚੇਂਜ ਕਰਕੇ ਵਰਤੇ ਆ। ਤਦਭਵ ਸ਼ਬਦ ਤੇ ਤਤਸਮ ਸ਼ਬਦ ਨਾਲ ਲਿਖਿਓ ਵੀ ਜ਼ਰੂਰ ਵੀ ਤੁਸੀਂ ਤਤਸਮ ਦੱਸ ਰਹੇ ਹੋ ਕਿ ਤਦਭਵ ਦੱਸ ਰਹੇ ਹੋ। ਤੇ ਕਮੈਂਟ ਕਰਿਓ, ਸੋਹਣੇ ਸੋਹਣੇ ਸ਼ਬਦ ਲਿਆਇਓ, ਕਿਉਂਕਿ ਹਰ ਇੱਕ ਦੇ ਕੋਲ ਸ਼ਬਦ ਭੰਡਾਰ ਵੱਖਰਾ ਵੱਖਰਾ ਹੁੰਦਾ। ਮੇਰੇ ਦਿਮਾਗ 'ਚ ਨਹੀਂ ਆ ਰਹੇ, ਹੋ ਸਕਦਾ ਤੁਹਾਡੇ ਦਿਮਾਗ 'ਚ ਹੋਰ ਸ਼ਬਦ ਹੋਣ। ਸੋ ਕਮੈਂਟ ਕਰਕੇ ਜ਼ਰੂਰ ਦੱਸਣਾ। ਹੁਣ ਗੱਲ ਇਹ ਆ ਵੀ ਜਿਨ੍ਹਾਂ ਨੂੰ ਭੁਲੇਖਾ ਪੈ ਜਾਂਦਾ ਵੀ ਤਤਸਮ ਤੇ ਤਦਭਵ ਦੇ ਵਿੱਚ ਭੁਲੇਖਾ ਪੈ ਜਾਂਦਾ, ਕਿਉਂਕਿ ਮੇਰਾ ਇੱਕ ਟੀਚਿੰਗ ਮੈਥਡ ਇਹ ਆ ਵੀ ਕੰਟੈਂਟ ਕਰਾਉਣ ਦੇ ਨਾਲ ਜੇ ਕੋਈ ਚੀਜ਼ ਕੋਈ ਬੱਚਾ ਸੌਖੇ ਤਰੀਕੇ ਦੇ ਨਾਲ ਯਾਦ ਰੱਖ ਸਕਦਾ ਤੇ ਉਹਨੂੰ ਉਹ ਤਰੀਕਾ ਦੱਸ ਦਿਓ, ਵੀ ਇਹ 'ਚ ਕੋਈ ਮਾੜੀ ਗੱਲ ਨਹੀਂ ਆ, ਹਨਾ। ਕਈ ਹੁਣ ਹੁੰਦੇ ਆ ਕਈ ਜਿਨ੍ਹਾਂ ਦਾ ਪੰਜਾਬੀ, ਹੁਣ ਆਪਾਂ ਤੇ ਪੰਜਾਬੀ ਪੜ੍ਹੀ ਹੋਈ, ਆਪਾਂ ਤੇ ਫੱਟੀਆਂ ਪੋਚਣ ਵਾਲੇ ਜਵਾਕ ਆ, ਹਨਾ। ਤੇ ਕਈ ਜਿਹੜੇ ਆ ਕਨਵੈਂਟ ਸਕੂਲਾਂ ਦੇ ਵਿੱਚ ਪੜ੍ਹੇ ਆ, ਉਹਨਾਂ ਦਾ ਨਹੀਂ ਇੰਨਾ ਟੱਚ ਪੰਜਾਬੀ ਦਾ ਹੈਗਾ। ਹੁਣ ਉਹਨਾਂ ਨੂੰ ਭੁਲੇਖਾ ਜ਼ਿਆਦਾ ਪੈਂਦਾ, ਉਹਨਾਂ ਨੂੰ ਸਮਝ ਨਹੀਂ ਆਉਂਦੀ ਵੀ ਤਤਸਮ ਕਿਹੜਾ ਸੀ ਤੇ ਤਦਭਵ ਕਿਹੜਾ ਸੀ। ਭਾਵੇਂ ਪੜ੍ਹਿਆ ਵੀ ਹੋਵੇ ਭੁੱਲ ਜਾਂਦਾ। ਤੁਸੀਂ ਇਹਨੂੰ ਯਾਦ ਕਿੱਦਾਂ ਰੱਖਣਾ ਵਾ? ਇੱਧਰ ਦੇਖੋ, ਸਮ ਤਤਸਮ, ਸਮ ਸੇਮ ਮੀਨਸ ਸੇਮ, ਕੋਈ ਤਬਦੀਲੀ ਨਹੀਂ। ਬਸ ਇੱਕੋ ਹੀ ਇਹੋ ਜਿਹੇ ਤਰੀਕੇ ਜ਼ਰੂਰ ਆ, ਥੋੜਾ ਜਿਹਾ ਸਮਾਰਟ ਵਰਕ ਵਰਤ ਲਿਆ ਕਰੋ ਨਾਲ। ਤਤਸਮ ਮਤਲਬ ਸੇਮ ਜਿਹੜੇ ਕਿਸੇ ਵੀ ਤਬਦੀਲੀ ਦੇ ਨਾਲ ਨਹੀਂ ਆਏ। ਤਤਸਮ। ਤਦਭਵ ਜਿਨ੍ਹਾਂ ਦਾ ਭਾਵ ਹੀ ਬਦਲ ਗਿਆ, ਤਦਭਵ ਜਿਨ੍ਹਾਂ ਦਾ ਭਾਵ ਹੀ ਬਦਲ ਗਿਆ, ਭਾਵ ਹੀ ਬਦਲ ਗਿਆ, ਉਹ ਕੀ? ਸਾਡੇ ਤਦਭਵ ਸ਼ਬਦ। ਤੇ ਮੈਨੂੰ ਉਮੀਦ ਆ ਵੀ ਇਹ ਗੱਲ ਤੁਹਾਡੇ ਖਾਨੇ ਦੇ ਵਿੱਚ ਪੈ ਗਈ ਹੋਊਗੀ ਤੇ ਹੁਣ ਤੁਹਾਨੂੰ ਨਹੀਂ ਰਹੀ ਹੋਊਗੀ ਕਨਫਿਊਜ਼ਨ। ਇਸ ਤੋਂ ਬਾਅਦ ਸਾਡੀ ਅਗਲੀ ਕਿਸਮ ਆ ਜਾਂਦੀ ਆ ਪ੍ਰਯੋਗ ਦੇ ਆਧਾਰ ਤੇ। ਠੀਕ ਆ, ਪ੍ਰਯੋਗ ਦੇ ਆਧਾਰ ਤੇ ਸਾਡੀ ਆ ਜਾਂਦੀ ਤੀਜੀ ਕਿਸਮ, ਪ੍ਰਯੋਗ ਦੇ ਆਧਾਰ ਤੇ।
ਪ੍ਰਯੋਗ ਦੇ ਆਧਾਰ ਤੇ ਜਿਹੜੇ ਸਾਡੇ ਸ਼ਬਦ ਆ ਉਹ ਹੈਗੇ ਆ 8 ਪ੍ਰਕਾਰ ਦੇ। ਨਾਂਵ, ਪੜਨਾਂਵ, ਵਿਸ਼ੇਸ਼ਣ, ਕਿਰਿਆ, ਕਿਰਿਆ ਵਿਸ਼ੇਸ਼ਣ, ਸੰਬੰਧਕ, ਯੋਜਕ, ਵਿਸਮਿਕ 8। ਤੇ ਆਪਾਂ ਪ੍ਰਯੋਗ ਦੇ ਆਧਾਰ ਤੇ ਜਿਹੜੀ ਸਾਡੀ ਕੈਟਾਗਰੀ ਹੈਗੀ ਆ ਉਹਨੂੰ ਆਪਾਂ ਕਰਾਂਗੇ ਅਗਲੀ ਵੀਡੀਓ ਦੇ ਵਿੱਚ। ਸ਼ੁਰੂਆਤ ਕਿੱਥੋਂ ਹੋਊਗੀ? ਨਾਂਵ ਤੋਂ। ਸ਼ੁਰੂਆਤ ਕਿੱਥੋਂ ਹੋਊਗੀ? ਨਾਂਵ ਤੋਂ। ਤੇ ਇਸੇ ਤਰ੍ਹਾਂ ਹੀ ਨਾਂਵ, ਪੜਨਾਂਵ, ਕਿਰਿਆ ਵਿਸ਼ੇਸ਼ਣ, ਵਿਸ਼ੇਸ਼ਣ, ਸੰਬੰਧਕ, ਯੋਜਕ, ਵਿਸਮਿਕ ਇਹ ਸਾਰਾ ਕਰਨ ਤੋਂ ਬਾਅਦ ਸਾਡਾ ਜਿਹੜਾ ਪ੍ਰਯੋਗ ਦੇ ਆਧਾਰ ਤੇ ਆ ਇਹ ਹੋ ਜਾਊਗਾ ਕੰਪਲੀਟ। ਤੇ ਜਦੋਂ ਪ੍ਰਯੋਗ ਦੇ ਆਧਾਰ ਤੇ ਸਾਡਾ ਕੰਪਲੀਟ ਹੋ ਗਿਆ ਤੇ ਸਾਡਾ ਸ਼ਬਦ ਬੋਧ ਕੰਪਲੀਟ ਹੋ ਗਿਆ, ਉਸ ਤੋਂ ਬਾਅਦ ਜਾਵਾਂਗੇ ਆਪਾਂ ਵਾਕ ਬੋਧ ਤੇ। ਵਾਕ ਬੋਧ ਕਰਨ ਤੋਂ ਬਾਅਦ ਜਾਵਾਂਗੇ ਆਪਾਂ ਅਰਥ ਬੋਧ ਤੇ। ਬਸ ਤੇ ਏਦਾਂ ਇਹਦੇ ਨਾਲ ਹੀ ਸਾਡੀ ਐਡੀ ਕੁ ਘੈਂਟ ਤਿਆਰੀ ਹੋਊਗੀ ਪੰਜਾਬੀ ਵਿਸ਼ੇ ਦੀ ਵੀ ਜਿੱਦਾਂ ਦੀ ਤੁਸੀਂ ਕਦੀ ਸੋਚੀ ਵੀ ਨਹੀਂ ਹੋਊਗੀ। ਜੇਕਰ ਕੰਟੈਂਟ ਵਧੀਆ ਲੱਗਦਾ, ਸਮਝਾਉਣ ਦਾ ਤਰੀਕਾ, ਟੀਚਿੰਗ ਆਫ ਵੇ ਵਧੀਆ ਲੱਗਦਾ, ਠੀਕ ਆ, ਤੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਦਿਓ ਕਿਉਂਕਿ ਮੈਂ ਤੁਹਾਨੂੰ ਤੁਹਾਡੇ ਵਾਂਗੂ ਹੀ ਸਮਝਾਉਣੀ ਨਹੀਂ। ਆਪਾਂ ਹੈਗੇ ਆ ਕੋਈ ਪੇਂਡੂ, ਆਪਾਂ ਹੈਗੇ ਆ ਪੇਂਡੂ ਬੰਦੇ, ਠੀਕ ਆ। ਆਪਾਂ ਨੂੰ ਕੋਈ ਨਖਰੇ ਨੁਖਰੇ ਨਹੀਂ ਆਉਂਦੇ, ਨਾ ਹੀ ਮੈਨੂੰ ਕੋਈ ਸ਼ੋਸ਼ੇਬਾਜ਼ੀ ਆਉਂਦੀ ਆ। ਮੈਂ ਤਾਂ ਸਿੱਧਾ ਜਿੱਦਾਂ ਅਗਲੇ ਨੂੰ ਸਮਝ ਆਉਂਦੀ ਉਦਾਂ ਸਮਝਾ ਦਿੰਦੀ ਹੁੰਦੀ ਆ। ਤੇ ਪਲੀਜ਼ ਤੁਸੀਂ ਸਪੋਰਟ ਜਰੂਰ ਦਿਖਾਓ। ਸਪੋਰਟ ਨਹੀਂ ਦਿਖਾਉਂਦੇ, ਠੀਕ ਆ, ਵਿਊ ਕਾਫੀ ਹੁੰਦੇ ਆ, 500 600 1000 ਤੱਕ ਵੀ ਵਿਊ ਹੈਗੇ ਆ, ਲਾਈਕ ਜਮਾ ਨਹੀਂ ਕਰਦੇ। ਕੰਟੈਂਟ ਲੈ ਲੈਂਦੇ ਹੋ, ਲਾਈਕ ਨਹੀਂ ਕਰਦੇ। ਲਾਈਕ ਜਰੂਰ ਕਰਦਿਆ ਕਰੋ। ਲਾਈਕ ਦਾ ਬਟਨ ਪ੍ਰੈਸ ਕਰਨ ਲੱਗਿਆ ਕੀ ਤੁਹਾਡਾ ਜਾਂਦਾ ਹੈ? ਐਡੀ ਕਿਹੜੀ ਗੱਲ ਆ। ਮੈਂ ਅੱਜ ਤੱਕ ਕਿਸੇ YouTube ਤੇ ਕਿਸੇ ਟੀਚਰ ਦੀ ਕਲਾਸ ਵਧੀਆ ਲੱਗੇ ਨਾ ਤੇ ਮੈਂ ਆਪਦਾ ਪਹਿਲਾ ਫਰਜ਼ ਇਹੋ ਨਿਭਾਉਣੀ ਨਹੀਂ ਕਿ ਲਾਈਕ ਜਰੂਰ ਕਰੋ, ਹਨਾ। ਆਪਾਂ ਕਿਹੜਾ ਬਦਲੇ ਦੇ ਵਿੱਚ ਉਹਨਾਂ ਨੂੰ ਕੁਛ ਦੇਣਾ ਹੁੰਦਾ। ਜੇਕਰ YouTube ਤੇ ਸਾਨੂੰ ਕੋਈ ਇੰਨਾ ਵਧੀਆ ਕੋਈ ਟੀਚਰ ਮਿਲ ਜਾਂਦਾ, ਚਲੋ ਮੈਂ ਆਪਣੇ ਆਪ ਨੂੰ ਵਧੀਆ ਨਹੀਂ ਕਹਿੰਦੀ, ਇਹ ਤੁਹਾਡੇ ਦਿਮਾਗ 'ਚ ਆ ਵੀ ਤੁਸੀਂ ਕਿੰਨਾ ਕੁ ਜ਼ਿਆਦਾ ਵਧੀਆ ਮੰਨਦੇ ਹੋ। ਜੇਕਰ ਤੁਸੀਂ ਵਧੀਆ ਮੰਨਦੇ ਹੋ ਤਾਂ ਲਾਈਕ ਜਰੂਰ ਕਰਿਆ ਕਰੋ। ਮੈਂ ਆਪਣਾ ਦੱਸ ਰਹੀ ਹਾਂ ਵੀ ਮੈਂ ਵੀ YouTube ਤੇ ਪੜ੍ਹਦੀ ਰਹੀ ਹਾਂ, ਐਡੀ ਚੱਕਰ ਕੋਈ ਗੱਲ ਨਹੀਂ ਆ, ਪੜ੍ਹਦੇ ਰਹੇ ਅੱਜ ਵੀ ਕੋਈ ਨਾ ਕੋਈ ਕਲਾਸ ਕੋਈ ਵਧੀਆ ਲੱਗੇ ਤਾਂ ਲਾਈਕ ਕਰ ਦੇਈਦਾ ਵਾ। ਪਰ ਇਹ ਤੁਹਾਡਾ ਫਰਜ਼ ਆ, ਆਪਣਾ ਫਰਜ਼ ਜ਼ਰੂਰ ਨਿਭਾਇਆ ਕਰੋ। ਤੇ ਆਪਾਂ ਮਿਲਾਂਗੇ ਅਗਲੀ ਵੀਡੀਓ ਦੇ ਵਿੱਚ ਤੇ ਆਪਾਂ ਕਰਾਂਗੇ ਨਾਂਵ ਸ਼ਬਦ, ਜਿਹੜੇ ਸਾਡੇ ਪ੍ਰਯੋਗ ਦੇ ਆਧਾਰ ਤੇ ਸ਼ਬਦਾਂ ਦੀਆਂ ਕਿਸਮਾਂ। ਪਹਿਲੇ ਨੰਬਰ ਤੇ ਸਾਡਾ ਨਾਂਵ ਆਉਂਦਾ, ਆਪਾਂ ਕਰਾਂਗੇ ਨਾਂਵ ਨੂੰ, ਨਾਉਨ ਨੂੰ ਕਰਾਂਗੇ ਅਗਲੀ ਵੀਡੀਓ ਦੇ ਵਿੱਚ। ਸਤਿ ਸ਼੍ਰੀ ਅਕਾਲ ਸਾਰਿਆਂ ਨੂੰ।